ਤਾਂ ਬੀਜੇਪੀ ਤੋਂ ਅਨਿਲ ਸਰੀਨ ਸਾਡੇ ਨਾਲ ਜੁੜ ਚੁੱਕੇ ਨੇ। ਸਰੀਨ ਜੀ, ਆਵਾਜ਼ ਆ ਰਹੀ ਹੈ ਤੁਹਾਡੇ ਤੱਕ? अनिल जी, आवाज आ रही है? मेरी आवाज आ रही है जी? हाँ जी सर। सर, जी मीडिया तो थोड़ा स्वागत है। सर, आज जो मीटिंग हुई उस विच श्रोमणी अकाली दल, संयुक्त श्रोमणी अकाली दल, आम आदमी पार्टी, कांग्रेस, बीएसपी, लोक इंसाफ पार्टी, तमाम पार्टियां के नुमाइंदे पहुंचे। सबने अपने अपने सुझाव भी रखे मीटिंग दे विच। बीजेपी नूं नहीं सद्दिया गया किसानां दे वल्लों, मतलब समझदे हो सर? नहीं, मतलब तो बड़ा क्लीयर हैगा जी। जिहड़ी चीज ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਸੀਗੇ ਕਿ ਇਹ ਪੂਰੀ ਦੀ ਪੂਰੀ ਐਜੀਟੇਸ਼ਨ ਸਪਾਂਸਰਡ ਹੈਗੀ ਹੈ, ਰਾਜਨੀਤੀ ਤੋਂ ਪ੍ਰੇਰਿਤ ਹੈਗੀ ਆ, ਜੋ ਸਾਰਾ ਕੁਝ ਸਾਬਤ ਹੋ ਗਿਆ ਜੀ। ਤੁਸੀਂ ਅੰਦਾਜ਼ਾ ਲਾਓ ਨਾ, ਕਿਸਾਨ ਜਥੇਬੰਦੀ ਲੀਡਰ ਨੇ ਆਪ ਉਹ ਸਾਬਤ ਕਰ ਦਿੱਤਾ। ਅਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਸੀਗੇ ਕਿ ਕਿਸਾਨਾਂ ਦੀ ਝੰਡੇ ਥੱਲੇ ਪੋਲੀਟੀਕਲ ਪਾਰਟੀਆਂ ਦੇ ਲੋਕ ਜਿਹੜੇ ਹੈਗੇ ਨੇ ਇੱਥੇ ਸ਼ਾਮਲ ਹੋਏ ਨੇ, ਔਰ ਅਸੀਂ ਜੋ ਕਹਿੰਦੇ ਸੀ ਉਸ ਗੱਲ ਨੂੰ ਪਹਿਲਾਂ ਤੇ ਇਹਨਾਂ ਸਾਰੇ ਚਾਹੇ ਆਪਣੇ ਜਾਖੜ ਸਾਹਿਬ ਸਨ, ਉਹਨਾਂ ਨੇ ਆਪਣੀ ਮੰਚ ਤੋਂ ਕਿਹਾ, ਤੁਹਾਡੇ ਚੈਨਲ ਨੇ ਵੀ ਉਸ ਨੂੰ ਕਈ ਵਾਰੀ ਬ੍ਰੌਡਕਾਸਟ ਕੀਤਾ ਕਿ ਕਿਸਾਨੀ ਝੰਡੇ ਥੱਲੇ ਅਸੀਂ ਆਪਣੇ ਵਰਕਰ ਭੇਜੇ ਜੀ। ਸੁਖਬੀਰ ਸਿੰਘ ਬਾਦਲ ਜੀ ਨੇ ਵੀ ਕਿਹਾ ਕਿ ਕਿਸਾਨੀ ਝੰਡੇ ਥੱਲੇ ਅਸੀਂ ਆਪਣੇ ਵਰਕਰ ਭੇਜੇ। ਆਪ ਨੇ ਵੀ ਕਿਹਾ ਕਿ ਅਸੀਂ ਆਪਣੇ ਵਰਕਰ ਕਿਸਾਨੀ ਝੰਡੇ ਥੱਲੇ ਭੇਜੇ। ਅਸੀਂ ਤਾਂ ਪਹਿਲਾਂ ਹੀ ਕਹੀ ਜਾਂਦੇ ਕਿ ਹੈ ਹੀ ਪੋਲੀਟੀਕਲ ਸਾਰਾ, ਇਹ ਸਾਰਾ ਡਰਾਮਾ ਪੋਲੀਟੀਕਲ ਹੈਗਾ ਔਰ ਪੋਲੀਟੀਕਲ ਮੋਟਿਵ ਨਾਲ ਹੈਗਾ, ਕਿਸੇ ਨਾ ਕਿਸੇ ਤਰੀਕੇ ਬੀਜੇਪੀ ਨੂੰ ਰੋਕਣਾ ਔਰ ਮੋਦੀ ਗਵਰਨਮੈਂਟ ਨੂੰ ਬਦਨਾਮ ਕਰਨਾ ਜੀ। और ਤੁਹਾਨੂੰ लगता है कि किसानों के वालों इस कदर जो गुस्सा जाहिर किया जा रहा है बीजेपी के खिलाफ, और अज जो बीजेपी के किसी नुमाइंदे मीटिंग के लिए नहीं सद्दिया गया, पंजाब की आवाम तक किस तरह का मैसेज जाता है? ਤੁਹਾਨੂੰ लगता है कि 2022 मिशन उस लिए कोई दिक्कत, कोई चुनौती पेश आ सकती है बीजेपी के लिए? नहीं, सानू कोई परेशानी नहीं जी। परेशानी तो इन्हां नूं है। देखो, मैनूं इह चीज़ डेमोक्रेसी दे विच हर एक नूं अपनी गल रखण दा अधिकार है ने गगन जी। जी बिल्कुल। फिर ये ਜਦੋਂ ਆਪਣੀ ਗੱਲ ਤੇ ਰੱਖਦੇ ਨੇ, ਜਦੋਂ ਅਸੀਂ ਆਪਣੀ ਗੱਲ ਰੱਖਣ ਲੱਗਦੇ ਸਾਨੂੰ ਰੋਕਦੇ ਕਿਉਂ ਨੇ? ਕਿਉਂਕਿ ਇਹਨਾਂ ਦੇ ਮਨ 'ਚ ਡਰ ਹੈ, ਕਿਉਂਕਿ ਇਹ ਝੂਠ ਔਰ ਫਰੇਬ ਦੇ ਸਿਰ ਦੇ ਉੱਤੇ ਇਹਨਾਂ ਨੇ ਸਾਰੀ ਐਜੀਟੇਸ਼ਨ ਖੜੀ ਕੀਤੀ ਹੋਈ ਹੈ। ਇਹਨਾਂ ਨੂੰ ਡਰ ਹੈ ਕਿ ਜੇ ਬੀਜੇਪੀ ਪਿੰਡਾਂ 'ਚ ਚਲੇ ਗਈ, ਜੇ ਬੀਜੇਪੀ ਦੇ ਲੀਡਰ, ਬੀਜੇਪੀ ਦੇ ਵਰਕਰ ਕਿਸਾਨਾਂ ਤੱਕ ਪਹੁੰਚ ਗਏ, ਇਹਨਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ, ਜਿਹੜੇ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ ਇਹ ਇਹਨਾਂ ਨੂੰ ਉਲਟੀਆਂ ਪੈ ਜਾਣਗੀਆਂ। ਪਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਦੇ ਕਿਸੇ ਨੁਮਾਇੰਦੇ ਨੂੰ ਵੀ ਸੱਦਣਾ ਚਾਹੀਦਾ ਸੀ? ਨਹੀਂ, ਇਹ ਤੇ ਹਾਈ ਫਿਕਸਡ ਮੈਚ ਹੈ ਜੀ। ਮੈਨੂੰ ਇੱਕ ਚੀਜ਼ ਦੱਸੋ ਨਾ, ਇਹ ਤੇ ਰਾਜੇਵਾਲ ਸਾਹਿਬ ਔਰ ਬਾਕੀਆਂ ਨੇ ਆਪ ਕਹਿ ਦਿੱਤਾ ਕਿ ਜੇ ਦੇਖੋ, ਮੈਨੂੰ ਇੱਕ ਚੀਜ਼ ਦੱਸੋ, ਚੁਣਾਵੀ ਸਾਲ ਹੋਵੇ ਔਰ ਪਾਰਟੀਆਂ ਨੂੰ ਇਹ ਕਹੋ ਕਿ ਵੀ ਤੁਸੀਂ ਆਪਣਾ ਕੰਮ ਨਾ ਕਰੋ, ਤੁਸੀਂ ਰੁਕ ਜਾਓ, ਨਾ ਕਰੋ, ਸਾਡੇ ਅੰਦੋਲਨ ਟੁੱਟ ਜਾਏਗਾ, ਉਹਨੂੰ ਢਾਹ ਲੱਗ ਜਾਏਗੀ। ਇਹ ਕਿਹਾ ਨਾ ਇਹਨਾਂ ਨੇ, ਔਨ ਰਿਕਾਰਡ ਕਿਹਾ ਹੈਗਾ ਕਿ ਜੇ ਪੋਲੀਟੀਕਲ ਪਾਰਟੀਆਂ ਆਪਣੀਆਂ ਰੈਲੀਆਂ ਕਰਨਗੀਆਂ, ਸਾਡੀ ਕਿਉਂ ਢਾਹ ਲੱਗੂਗਾ ਜੀ? ਜੇ ਤੁਹਾਡੀ ਇੰਨੀ ਫੋਲੋਇੰਗ ਹੈਗੀ ਹੈ, ਤੁਹਾਡੇ ਮਗਰ ਇੰਨੇ ਬੰਦੇ ਨੇ, ਤੇ ਤੁਹਾਨੂੰ ਢਾਹ ਕਿਸ ਗੱਲ ਦੀ ਲੱਗਣੀ? ਢਾਹ ਇਸ ਕਰਕੇ ਲੱਗਣੀ ਹੈ ਕਿ ਜਿਹੜੇ ਰਾਜਨੀਤਿਕ ਲੋਕਾਂ ਦੇ ਕੰਧਿਆਂ ਤੇ ਚੱਲ ਕੇ ਇਹਨਾਂ ਨੇ ਐਜੀਟੇਸ਼ਨ ਖੜੀ ਕੀਤੀ ਹੈ, ਉਹ ਰਾਜਨੀਤਿਕ ਲੋਕ ਜਦੋਂ ਆਪਣੀਆਂ ਰੈਲੀਆਂ ਕਰਨਗੇ, ਉਹਨਾਂ ਦੇ ਕਾਰਜਕਰਤਾ ਉਹਨਾਂ ਰੈਲੀਆਂ 'ਚ ਆਣਗੇ ਕਿ ਇਹਨਾਂ ਦੇ ਮਗਰ ਜਾਣਗੇ ਜੀ। ਔਰ ਜਦੋਂ ਉਹ ਆਪਣੀ ਰੈਲੀਆਂ ਚਲੇ ਗਏ, ਇਹਨਾਂ ਦੇ ਪੱਲੇ ਰਹਿਣਾ ਕੁਛ ਨਹੀਂ। 22 ਜ਼ਿਲ੍ਹੇ ਹੋਣ, ਹੁਣ 23 ਚਲੋ ਜ਼ਿਲ੍ਹੇ ਹੋ ਗਏ, 32 ਜਥੇਬੰਦੀਆਂ, ਇੱਥੋਂ ਲਾ ਲਓ ਇਹਨਾਂ ਦੇ ਪੱਲੇ ਕੀ ਸੀਗਾ ਜੀ। ਸੋ ਇਹ ਤੇ ਸਿਰਫ ਕਿਸਾਨ ਜਿਹੜਾ ਅੰਦੋਲਨ ਖੜਾ ਕੀਤਾ ਹੋਇਆ ਹੈ, ਇਹ ਸਿਰਫ ਬੀਜੇਪੀ ਦੇ ਡਰ ਤੋਂ ਕੀਤਾ ਗਿਆ। ਡਰ ਦੇ ਕਹਿੰਦੇ ਨਾ, ਦੋਸਤ ਦਾ ਦੋਸਤ, ਦੁਸ਼ਮਣ ਦਾ ਦੁਸ਼ਮਣ ਦੋਸਤ ਹੋ ਜਾਂਦਾ। ਉਹ ਇਸ ਚੱਕਰ ਦੇ ਵਿੱਚ ਕਿ ਬੀਜੇਪੀ ਨੂੰ ਕਿਵੇਂ ਰੋਕਣਾ ਹੈ, ਇਹ ਸਾਰੀਆਂ ਪਾਰਟੀਆਂ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਪ ਹੋਵੇ, ਚਾਹੇ ਲਿਪ ਹੋਵੇ, ਫਲਿਪ ਹੋਵੇ, ਐਰਾ ਗੈਰਾ, ਨੱਥੂ ਖੈਰਾ, ਜਿਹੜਾ ਵੀ ਸੀਗਾ, ਇਹ ਸਾਰੇ ਇਕੱਠੇ ਹੋ ਗਏ ਬੀਜੇਪੀ ਰੋਕੋ। ਜੇ ਬੀਜੇਪੀ ਪਿੰਡਾਂ 'ਚ ਪਹੁੰਚ ਗਈ, ਸਾਡੀ ਪੋਲ ਖੁੱਲ ਜਾਏਗੀ। ਅਸੀਂ ਪਿਛਲੇ 70 ਸਾਲਾਂ ਦੇ ਵਿੱਚ ਕਿਸਾਨਾਂ ਨੂੰ ਵੋਟ ਦੀ ਰਾਜਨੀਤੀ ਨਾਲ ਇਸਤੇਮਾਲ ਕੀਤਾ, ਔਰ ਜੇ ਇਹ ਪੋਲ ਖੁੱਲ ਗਈ ਤੇ ਸਾਨੂੰ ਕਿਸਾਨਾਂ ਨੇ ਉਹ ਛਿੱਤਰ ਮਾਰਨਗੇ ਕਿ ਜਿਹੜੇ ਸਾਨੂੰ ਅਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਇਲਜ਼ਾਮ ਇਹ ਵੀ ਹੈ ਕਿ ਬੀਜੇਪੀ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦੀ ਹੈ ਪੰਜਾਬ। ਕੈਸੀ ਮੂਰਖਤਾ ਦੀ ਗੱਲ ਕਰਦੇ ਨੇ, ਕੈਸੀ ਮੂਰਖਤਾ ਦੀ ਗੱਲ ਕਰਦੇ। ਜਿਹੜਾ ਵੀ ਇਹ ਵਿਅਕਤੀ ਕਰ ਰਿਹਾ, ਮੈਂ ਸਮਝਾਂਗਾ ਕਿ ਉਹਦੇ ਕਿਤੇ ਨਾ ਕਿਤੇ ਕੋਈ ਫਰਕ ਹੈਗਾ। ਕਿਸ ਗੱਲ ਦਾ ਰਾਸ਼ਟਰਪਤੀ ਸ਼ਾਸਨ? 6 ਮਹੀਨੇ ਰਹਿ ਗਏ ਨੇ ਚੁਣਾਵਾਂ ਨੂੰ, ਚੁਣਾਵ ਦੀ ਪ੍ਰਕਿਰਿਆ ਆਪਣੇ ਥਾਂ ਤੇ। ਇਹ ਰਾਸ਼ਟਰਪਤੀ ਸ਼ਾਸਨ ਦਾ ਕੀ ਹੋਇਆ? ਤੁਸੀਂ 1 ਸਾਲ ਦੇ ਉੱਤੋਂ ਦੀ ਰਜਿਸਟ੍ਰੇਸ਼ਨ ਚੱਲਦੀ ਪਈ ਹੈ, ਤੁਸੀਂ ਆਪਣਾ ਕੰਮ ਆਪ ਨਹੀਂ ਕਰ ਸਕਦੇ। ਤੁਹਾਨੂੰ ਆਪਣੀ ਚਿੰਤਾ ਸਤਾਈ ਪਈ ਹੈ ਕਿ ਜੇ ਬੀਜੇਪੀ ਪਿੰਡਾਂ ਤੱਕ ਚਲੇਗੀ, ਲੋਕਾਂ ਤੱਕ ਪਹੁੰਚ ਗਈ ਤੇ ਸਾਡਾ ਸੁਪਨਾ ਸਾਫ਼ ਹੋ ਜਾਏਗਾ, ਤੇ ਤੁਸੀਂ ਉਸ ਨੂੰ ਰੋਕਣ ਵਾਸਤੇ ਐਵੇਂ ਝੂਠੇ ਮਨਗੜ੍ਹਤ ਰਾਸ਼ਟਰਪਤੀ ਸ਼ਾਸਨ। ਕਿਸ ਗੱਲ ਦਾ ਰਾਸ਼ਟਰਪਤੀ ਸ਼ਾਸਨ? ਸਰਕਾਰ ਚੱਲ ਰਹੀ ਹੈ, ਸਰਕਾਰ ਆਪਣਾ ਟਾਈਮ ਪੂਰਾ ਕਰੇਗੀ, ਔਰ ਆਪਣਾ ਚੁਣਾਵ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ 117 ਸੀਟਾਂ ਲੜੇਗੀ ਵੀ ਔਰ ਜਿੱਤੇਗੀ ਵੀ ਔਰ ਸਰਕਾਰ ਵੀ ਬਣਾਏਗੀ ਜੀ।
ਜਿਸ ਤਰ੍ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਇਹ ਸਭ ਕੁਝ ਜੋ ਹੈ ਸਪਾਂਸਰਡ ਚੱਲ ਰਿਹਾ ਹੈ, ਲੇਕਿਨ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਜੋ ਚਰਚਾ ਕੀਤੀ ਜਾ ਰਹੀ ਹੈ, ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਦੇ ਖਿਲਾਫ ਕੋਈ ਏਜੰਡਾ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ? ਲੇਕਿਨ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਕਿਰਿਆ ਸੁਣੀ ਜਾਏ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਇਹ ਕਹਿੰਦੇ ਨੇ ਕਿ ਰੈਲੀਆਂ ਕਰਨੀਆਂ ਤਾਂ ਅਸੀਂ ਛੱਡ ਨਹੀਂ ਸਕਦੇ, ਹਾਂ ਜਿੱਦੇ ਕਿਸਾਨਾਂ ਨੇ ਕੋਈ ਪ੍ਰੋਗਰਾਮ ਰੱਖਿਆ ਹੋਊਗਾ ਉੱਦੇ ਅਸੀਂ ਨਹੀਂ ਕਰਾਂਗੇ। ਗਗਨ ਜੀ ਮੈਨੂੰ ਇੱਕ ਚੀਜ਼ ਹੈ ਦੱਸੋ ਜੀ ਜੇ ਮੈਂ ਕਹਿ ਰਿਹਾ ਤਾਂ ਰਾਜਨੀਤੀ ਤੋਂ ਪ੍ਰੇਰਿਤ ਹੈ ਤੇ ਮੈਂ ਉਹਦੇ ਐਵੀਡੈਂਸ ਵੀ ਦੇਣਾ ਤੁਹਾਨੂੰ। ਜੀ ਮੈਨੂੰ ਇੱਕ ਚੀਜ਼ ਦੱਸੋ 2013 ਚ ਕੰਟਰੈਕਟ ਫਾਰਮਿੰਗ ਐਕਟ ਪੰਜਾਬ ਦੇ ਵਿੱਚ ਪਾਸ ਹੋਇਆ ਜੀ, ਉਹਦੇ ਵਿੱਚ 1 ਮਹੀਨੇ ਦੀ ਕੈਦ ਕਿਸਾਨ ਨੂੰ ਹੋਈ, 5 ਲੱਖ ਦਾ ਜੁਰਮਾਨਾ ਹੋਇਆ ਔਰ ਉਸਦੀ ਅਗਲੀ 26 ਨੰਬਰ ਕਲੌਜ਼ ਵਿੱਚ ਸਿਵਲ ਕੋਰਟ ਤੋਂ ਡੀਬਾਰ ਕੀਤਾ ਗਿਆ। ਇਹ ਕਿਸਾਨ ਜਥੇਬੰਦੀਆਂ ਦੇ ਲੀਡਰ ਉਸ ਵੇਲੇ ਕਿੱਥੇ ਸਨ? ਇੱਕ ਵੀ ਐਜੀਟੇਸ਼ਨ ਕੀਤੀ ਇਹਨਾਂ ਨੇ? APMC ਨੂੰ ਲੈ ਕੇ 2006 2017 ਦੇ ਵਿੱਚ ਕਾਂਗਰਸ ਨੇ ਅਮੈਂਡਮੈਂਟ ਕੀਤੀ, ਇੱਕ ਵੀ ਐਜੀਟੇਸ਼ਨ ਇਹਨਾਂ ਲੋਕਾਂ ਨੇ ਕੀਤੀ? ਉਸ ਵੇਲੇ ਸੁੱਤੇ ਪਏ ਸੀ ਇਹ, ਉਸ ਵੇਲੇ ਨੂੰ ਕਿਸਾਨ ਚੇਤਾ ਨਹੀਂ ਆਇਆ? ਮੈਂ ਤੇ ਇਹ ਪੂਰੀ ਤਰ੍ਹਾਂ ਇਹ ਸਾਰੀ ਐਜੀਟੇਸ਼ਨ ਜਿਹੜੀ ਹੈਗੀ ਹੈ ਰਾਜਨੀਤੀ ਤੋਂ ਪ੍ਰੇਰਿਤ ਹੈ ਔਰ ਇਹ ਜਿੰਨੇ ਲੀਡਰ ਨੇ ਆਪਾਂ ਸਾਰਿਆਂ ਨੂੰ ਪਤਾ ਕਿ ਕਿਹੜੇ ਲੀਡਰ ਦੀ ਕਿਹੜੀ ਪਾਰਟੀ ਨਾਲ ਐਫੀਲੀਏਸ਼ਨ ਹੈਗੀ ਹੈ। ਮੈਂ ਤੇ ਉਸ ਨੂੰ ਬਹੁਤ ਵਿਸਤਾਰ ਚ ਨਹੀਂ ਜਾਣਦਾ ਹੁੰਦਾ, ਕਿਉਂ ਜਾਵਾਂਗੇ ਤਾਂ ਬਹੁਤ ਲੰਬਾ ਹੋ ਜਾਏਗਾ। ਇੱਕ ਲੀਡਰ ਦੀ ਜਿਹੜੀ ਹੈਗੀ ਪੋਲੀਟੀਕਲ ਐਫੀਲੀਏਸ਼ਨ ਹੈਗੀ ਹੈ ਔਰ ਉਹ ਐਫੀਲੀਏਸ਼ਨਸ ਕੰਮ ਕਰ ਰਹੀਆਂ ਨੇ। ਇਹ ਰਾਜਨੀਤਿਕ ਪਾਰਟੀਆਂ ਆਪਣਾ ਕੰਮ ਕਰ ਰਹੀਆਂ ਨੇ, ਇਹ ਕੋਈ ਕਿਸਾਨ ਅੰਦੋਲਨ ਨਹੀਂਗਾ, ਇਹ ਸਿਰਫ ਇੱਕ ਭ੍ਰਮ ਪੈਦਾ ਕੀਤਾ ਜਾ ਰਿਹਾ। ਜੇ ਕਿਸਾਨ ਦੇ ਹਿਤੈਸ਼ੀ ਹੁੰਦੇ ਤੇ ਮੋਦੀ ਸਰਕਾਰ ਦੇ ਨਾਲ ਹੱਥ ਵੰਡਾ ਕੇ ਗੱਲਬਾਤ ਨੂੰ ਕਰਦੇ, ਟੇਬਲ ਤੇ ਆਂਦੇ, ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ। ਇਹ ਤੇ ਸਿਰਫ ਯੈਸ ਨੋ ਦਾ ਪਰਚਾ ਲੈ ਕੇ ਕਾਨੂੰਨ ਵਾਪਸ ਲੈ ਲਓ। ਕਿਸ ਗੱਲ ਦੇ ਕਾਨੂੰਨ ਵਾਪਸ ਲੈ ਲਓ? ਕੋਈ ਵੀ ਕਾਨੂੰਨ ਬਣਦਾ ਹੈ ਉਹਦਾ ਪਕਸ਼ ਔਰ ਵਿਪਕਸ਼ ਦੋਨੋਂ ਹੁੰਦੇ ਨੇ। ਕੁਝ ਲੋਕ ਐਕਸੈਪਟ ਕਰਦੇ ਨੇ, ਕੁਝ ਲੋਕ ਉਹਦਾ ਵਿਰੋਧ ਵੀ ਕਰਦੇ ਨੇ। ਹਰ ਇੱਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੁੰਦਾ ਡੈਮੋਕ੍ਰੇਸੀ ਦੇ ਵਿੱਚ। ਜੀ ਇਹਨਾਂ ਨੂੰ ਤਾਂ ਡਰ ਇਸ ਗੱਲ ਦਾ, ਇੱਕ ਮਿੰਟ ਜੀ ਜੀ ਜੀ, ਇਹਨਾਂ ਨੂੰ ਡਰ ਇਸ ਗੱਲ ਦਾ ਕਿ ਮੈਨੂੰ ਇੱਕ ਚੀਜ਼ ਦੱਸੋ, ਅੱਜ ਪੰਜਾਬ ਦਾ ਰੌਲਾ ਪਾਉਂਦੇ ਨੇ, ਹਰਿਆਣਾ ਜੇ 10 ਫਸਲਾਂ MSP ਤੇ ਚੱਕ ਸਕਦਾ, ਪੰਜਾਬ ਇੱਕ ਵੀ ਫਸਲ ਚੱਕਦਾ MSP ਦੇ ਉੱਤੇ? ਜਿਹੜੀ ਕਣਕ, ਝੋਨਾ ਔਰ ਕਾਟਨ ਚੱਕੀ ਜਾਂਦੀ ਹੈ ਉਹ ਕੇਂਦਰ ਸਰਕਾਰ ਚੱਕਦੀ ਹੈ। ਹਰਿਆਣਾ ਦੀ ਸਰਕਾਰ 10 ਫਸਲਾਂ MSP ਤੇ ਚੱਕ ਸਕਦੀ ਹੈ, ਪੰਜਾਬ ਸਰਕਾਰ ਕਿਉਂ ਨਹੀਂ ਚੱਕ ਸਕਦੀ? ਕ੍ਰਿਸ਼ੀ ਪ੍ਰਧਾਨ ਦੇਸ਼ ਹੈ ਸਾਡਾ, ਪ੍ਰਦੇਸ਼ ਹੈ ਸਾਡਾ। ਉਹ ਉੱਥੇ ਜਿਹੜਾ ਹੈਗਾ ਵਾ ਖੇਤੀ ਦੇ ਜੇ ਤੁਸੀਂ ਡਾਈਵਰਸਿਫਿਕੇਸ਼ਨ ਵਾਸਤੇ ਜਾਂਦੇ ਹੋ ਝੋਨੇ ਤੋਂ 7000 ਏਕੜ ਦਾ ਦਿੰਦੀ ਹੈ, ਸਾਡੀ ਚੋਣੀ ਨਹੀਂ ਦਿੰਦੀ ਸਾਡੀ ਸਰਕਾਰ। ਕੀ ਕੀਤਾ ਡਾਈਵਰਸਿਫਿਕੇਸ਼ਨ ਵਾਸਤੇ? ਪਰਾਲੀ ਨੂੰ ਜਲਾਉਣ ਵਾਸਤੇ ਉਹ ਇਨਸੈਂਟਿਵ ਦਿੰਦੀ 1000 ਰੁਪਏ ਦਾ, ਸਾਡਾ ਕਿਹੜੀ ਸਰਕਾਰ ਸਾਡੀ ਦਿੰਦੀ ਹੈ? ਸੋ ਇਸ ਕਰਕੇ ਇਹ ਪੰਜਾਬ ਦੀ ਸਰਕਾਰ ਸਭ ਤੋਂ ਵੱਡੀ ਜੇ ਕਿਸਾਨ ਵਿਰੋਧੀ ਸਰਕਾਰ ਹੈ ਇਹ ਹੈ। ਮੈਂ ਜਿਹੜਾ ਕਹਿ ਰਿਹਾ ਕਿ ਰਾਜਨੀਤੀ ਤੋਂ ਪ੍ਰੇਰਿਤ ਹੈ, ਮੈਂ ਇੱਕ ਹੋਰ ਐਗਜ਼ਾਮਪਲ ਤੁਹਾਨੂੰ ਦੇਣਾ ਜੀ। ਹੁਣੇ ਤੁਸੀਂ ਦੇਖਿਆ ਗੰਨੇ ਨੂੰ ਲੈ ਕੇ ਇੱਕ ਫਿਕਸਡ ਮੈਚ ਖੇਡਿਆ ਗਿਆ ਕਾਂਗਰਸ ਔਰ ਰਾਜੇਵਾਲ ਐਂਡ ਕੰਪਨੀ ਦੇ ਨਾਲ। ਤੁਹਾਨੂੰ ਯਾਦ ਹੋਏਗਾ ਜੀ, ਪਿਛਲੇ 4 ਸਾਲ ਤੋਂ 310 ਰੁਪਏ ਗੰਨੇ ਦਾ ਭਾਅ ਪੰਜਾਬ 'ਚ ਮਿਲ ਰਿਹਾ ਸੀ ਔਰ 350 ਰੁਪਏ ਹਰਿਆਣੇ 'ਚ ਮਿਲ ਰਿਹਾ ਸੀਗਾ। ਜੀ ਜੀ, ਇੱਕ ਵੀ ਐਜੀਟੇਸ਼ਨ ਇਹਨਾਂ ਕਿਸਾਨ ਲੀਡਰਾਂ ਨੇ ਕੀਤੀ ਹੈ ਕਿ ਪੰਜਾਬ ਦੇ ਵਿੱਚ 310 ਤੇ ਹਰਿਆਣੇ 350 ਕਿਉਂ ਮਿਲਦਾ ਪਿਆ? ਇੱਕ ਵੀ ਅੱਜ ਤੱਕ ਐਜੀਟੇਸ਼ਨ ਕੀਤੀ 4 ਸਾਲਾਂ 'ਚ ਇਹਨਾਂ ਨੇ? ਹੁਣ ਆ ਕੇ ਫਿਕਸਡ ਮੈਚ ਰਾਹੀਂ ਪਹਿਲਾਂ 310 ਤੋਂ 325 ਪੰਜਾਬ ਸਰਕਾਰ ਨੇ ਕਰਤਾ, ਫਿਕਸਡ ਮੈਚ ਸੀ ਤੁਸੀਂ ਐਜੀਟੇਸ਼ਨ ਕਰਿਓ, ਅਸੀਂ ਭਾਅ ਵਧਾ ਦੇਾਂਗੇ ਔਰ ਲੱਡੂ ਮੂੰਹ 'ਚ ਪਾ ਕੇ ਇੱਕ ਦੂਜੇ ਨਾਲ ਮੂੰਹ ਮਿੱਠਾ ਕਰ ਲਾਂਗੇ। ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਵੀ ਗਗਨ ਜੀ ਤੁਹਾਡੇ ਟੈਲੀਵਿਜ਼ਨ ਤੇ ਟੈਲੀਕਾਸਟ ਹੋਇਆ ਸੀਗਾ, ਕਿਸਾਨ ਜਥੇਬੰਦੀਆਂ ਨੇ ਕੀ ਕਹਿਣਾ ਸੀਗਾ? 470 ਰੁਪਏ ਸਾਡੀ ਲਾਗਤ ਆਂਦੀ ਹੈ। ਜੇ 470 ਰੁਪਏ ਲਾਗਤ ਆਂਦੀ ਹੈ ਤੇ ਕਿਸਾਨ ਜਥੇਬੰਦੀਆਂ ਨੇ 360 ਚ ਸਮਝੌਤਾ ਕਿਉਂ ਕੀਤਾ? ਕਿਸਾਨ ਦੀ ਪਿੱਠ 'ਚ ਛੁਰਾ ਕਿਉਂ ਘੋਂਪਿਆ? ਮੇਰਾ ਇਹ ਪ੍ਰਸ਼ਨ ਹੈ ਕਿਸਾਨ ਜਥੇਬੰਦੀਆਂ ਨੂੰ ਜੀ, ਕਿਉਂ ਕੀਤਾ ਏਦਾਂ? 470 ਦੀ ਲਾਗਤ ਤੁਸੀਂ ਆਪ ਗਿਣਦੇ ਪਏ ਹੋ, ਜਾਂ ਤੇ ਤੁਸੀਂ ਪਹਿਲਾਂ ਝੂਠ ਬੋਲਦੇ ਸੀਗੇ ਤੇ ਜਾਂ ਤੁਸੀਂ ਕਿਸਾਨ ਦੀ ਪਿੱਠ 'ਚ ਛੁਰਾ ਘੋਂਪਿਆ। ਦੋਨੋਂ ਚ ਇੱਕ ਚੀਜ਼ ਤਾਂ ਹੈਗੀ ਹੈ ਨਾ ਜੀ। ਤੁਸੀਂ ਕਿਉਂ ਸਮਝੌਤਾ ਕੀਤਾ 360 ਦੇ ਉੱਤੇ ਜੇ ਤੁਹਾਡੀ ਲਾਗਤ 470 ਰੁਪਏ ਹੈ? ਜੀ ਠੀਕ, ਤੁਸੀਂ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੋ। ਮੇਰੀ ਜਥੇਬੰਦੀਆਂ ਦੇ ਲੀਡਰਾਂ ਨੂੰ ਬੜੀ ਹੱਥ ਜੋੜ ਕੇ ਵਿਨਮਰਤਾ ਨਾਲ ਬੇਨਤੀ ਹੈ, ਕਿਸਾਨ ਦੇ ਹਿੱਤ ਦੀ ਗੱਲ ਕਰੀਏ। ਇਹ ਚੀਜ਼ਾਂ ਲੀਡਰੀਆਂ ਆਣੀਆਂ ਜਾਣੀਆਂ ਨੇ, ਸੱਤਾ ਆਣੀ ਜਾਣੀ ਹੈ। ਆਓ ਆਪਾਂ ਸਾਰੇ ਰਲ ਕੇ, ਮੋਦੀ ਸਰਕਾਰ ਕਿਸਾਨ ਹਿਤੈਸ਼ੀ ਸਰਕਾਰ ਹੈ, ਕਿਸਾਨਾਂ ਵਾਸਤੇ ਕੰਮ ਕਰ ਰਹੀ ਹੈ। ਤੁਹਾਡੇ ਕੋਲ ਤੁਸੀਂ ਕੋਈ ਕਹਿ ਨਹੀਂ ਸੀ ਕਿ 6000 ਰੁਪਏ ਸਾਡੇ ਖਾਤਿਆਂ 'ਚ ਪਾ ਦਿਓ, ਮੋਦੀ ਸਰਕਾਰ ਨੇ ਪਾਇਆ। ਡਾਇਰੈਕਟ ਪੇਮੈਂਟ ਤੁਹਾਨੂੰ ਫਸਲ ਦੀ ਮਿਲਣ ਲੱਗ ਪਈ, MSP ਤੁਹਾਡੀ ਵੱਧ ਗਈ, DAP ਦੀ ਪ੍ਰੋਸੈਸ ਵਧੀਆ। ਗਗਨ ਜੀ ਤੇ ਸਰਕਾਰ ਨੇ ਇਹਨਾਂ ਨੂੰ ਨਹੀਂ ਪੁੱਛਿਆ, ਇਮੀਡੀਏਟਲੀ ਆਪ ਸਾਰੀ ਸਬਸਿਡੀ ਵਧਾ ਕੇ ਸਾਰਾ ਖਰਚਾ ਆਪਣੇ ਉੱਤੇ ਲੈ ਲਿਆ। ਯੂਰੀਆ ਦੀ ਅਵੇਲੇਬਿਲਿਟੀ ਤੁਹਾਨੂੰ ਕਰਾਤੀ, ਕਿਸਾਨ ਕ੍ਰੈਡਿਟ ਕਾਰਡ ਆ ਗਿਆ, ਸੋਇਲ ਹੈਲਥ ਕਾਰਡ ਆ ਗਿਆ, ਫਸਲ ਬੀਮਾ ਆ ਗਈ। ਮੇਰਾ ਇਹ ਕਹਿਣਾ, ਮੇਰੀ ਬੇਨਤੀ ਹੈ ਕਿਸਾਨ ਜਥੇਬੰਦੀਆਂ ਲੀਡਰਾਂ ਨੂੰ, ਇਹ ਯੈਸ ਨੋ ਦੇ ਗੇਟ ਤੋਂ ਬਾਹਰ ਆਓ। ਜੋ ਕਿਸਾਨ ਹਿੱਤ ਕਰਾਣਾ ਇਹ ਸਰਕਾਰ ਕਰਨ ਨੂੰ ਤਿਆਰ ਹੈ, ਬਿਨਾਂ ਸ਼ਰਤ ਕਿਸਾਨ ਹਿੱਤ ਦੇ ਵਿੱਚ ਸਭ ਕੁਝ ਕਰਨ ਨੂੰ ਤਿਆਰ ਹੈ। ਕਿਸਾਨ ਸਾਡਾ ਖੁਸ਼ਹਾਲ ਹੋਏਗਾ, ਸਾਡਾ ਦੇਸ਼ ਖੁਸ਼ਹਾਲ ਹੋਏਗਾ। ਮੇਰੀ ਬੇਨਤੀ ਹੈ ਕਿ ਤੁਹਾਡੇ ਮਾਰਫਤ ਨਾਲ ਹੱਥ ਜੋੜ ਕੇ ਬੇਨਤੀ ਹੈ ਜਥੇਬੰਦੀਆਂ ਦੇ ਲੀਡਰਾਂ ਨੂੰ, ਕਿਰਪਾ ਕਰਕੇ ਰਾਜਨੀਤੀ ਕਰਨੀ ਬੰਦ ਕਰੋ, ਕਿਸਾਨ ਦੇ ਹਿੱਤ ਦਾ ਸੋਚੋ ਔਰ ਕਿਸਾਨ ਹਿੱਤ ਦੇ ਵਿੱਚ ਜੋ ਫੈਸਲਾ ਕਰਾਣਾ ਮੋਦੀ ਸਰਕਾਰ ਨਾਲ ਬੈਠ ਕੇ ਕਰਾਓ। ਇਹ ਯੈਸ ਨੋ ਤੋਂ ਕੁਝ ਨਹੀਂ ਮਿਲਣਾ ਤੁਹਾਨੂੰ। ਠੀਕ ਹੈ ਸਰ,
ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਆਪਣਾ ਕੀਮਤੀ ਵਕਤ ਸਾਡੇ ਨਾਲ ਸਾਂਝਾ ਕਰਨ ਦੇ ਲਈ।